ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਲ ਬੈਸ ਬ੍ਰਿਧ ਗਿਆਨ ਮਹਿ ਸਮਰੱਥ ਸ੍ਰੀ ਗੁਰਦੇਵ। ਪਦ ਅਰਵਿੰਦਨ ਬੰਦਨਾ ਮੁਕਤ ਪਾਏ ਜਿਨ ਸੇਵ। ਬਾਲ ਬੈਸ ਬ੍ਰਿਧ ਗਿਆਨ ਮਹਿ ਸਮਰੱਥ ਸ੍ਰੀ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਗੁਰਪ੍ਰਤਾਪ ਸੂਰਜ ਗ੍ਰੰਥ ਇਹ ਪਾਵਨ ਗ੍ਰੰਥ ਜਿਹਨੂੰ ਕਵੀ ਰਾਜ ਚੂਣਾਮਣੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਇਹਨੂੰ ਲਿਖਣਾ ਕੀਤਾ। ਇਹਦੀਆਂ 12 ਜੋ ਰਾਸਾਂ ਹਨ, ਜਿਹਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ 8 ਸਤਿਗੁਰਾਂ ਦਾ ਇਤਿਹਾਸ ਦਰਜ ਕਰਨਾ ਕੀਤਾ। 10ਵੀਂ ਰਾਸ ਦੀ ਸਮਾਪਤੀ ਹੋਈ ਸੀ, 11ਵੀਂ ਰਾਸ ਆਰੰਭ ਹੋ ਚੁੱਕੀ ਹੈ ਤੇ ਆਰੰਭ ਦੇ ਵਿੱਚ ਕਵੀ ਜੀ ਮਰਿਆਦਾ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੰਗਲ ਮਹਾਰਾਜ ਜੀ ਦਾ ਜਸ ਕਰ ਰਹੇ ਹਨ। ਕੱਲ ਆਪਨੇ 7ਵੇਂ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਜੋ ਕਵੀ ਰਾਜ ਜੀ ਨੇ ਪਾਤਸ਼ਾਹ ਜੀ ਦਾ ਜਸ ਮੰਗਲਾਚਰਨ ਕਰਨਾ ਕੀਤਾ, ਉਹ ਆਪਨੇ ਸਰਵਣ ਕੀਤਾ। ਹੁਣ 8ਵੀਂ 9ਵੀਂ ਤੇ 10ਵੀਂ ਪਾਤਸ਼ਾਹ ਜੀ ਦਾ ਮੰਗਲ ਹੋਵੇਗਾ। ਉਸ ਤੋਂ ਬਾਅਦ ਲੜੀਵਾਰ ਇਤਿਹਾਸ ਦੀ ਕਥਾ ਆਰੰਭ ਹੋ ਜਾਵੇਗੀ। ਆਓ ਸਾਧ ਸੰਗਤ ਜੀ, ਆਪਣੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਲ ਬੈਸ ਬ੍ਰਿਧ ਗਿਆਨ ਮਹਿ ਸਮਰੱਥ ਸ੍ਰੀ ਗੁਰਦੇਵ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕਰਨ ਮਾਤਰ ਕਰਕੇ ਸਾਰੇ ਦੁੱਖ, ਸਾਰੀਆਂ ਤਕਲੀਫਾਂ, ਸਾਰੀਆਂ ਦਲਿੱਦਰਤਾਵਾਂ ਜਿਹੜੀਆਂ ਖਤਮ ਹੋ ਜਾਂਦੀਆਂ ਹਨ। ਐਸੇ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਵੀ ਰਾਜ ਜੀਆਂ ਨੇ ਮੰਗਲਾਚਰਨ ਕਰਨਾ ਕੀਤਾ। ਕਵੀ ਰਾਜ ਜੀ ਉਚਾਰਨ ਕਰਦੇ ਹਨ ਕਿ ਬਾਲ ਬੈਸ ਸਤਿਗੁਰੂ ਮਹਾਰਾਜ ਜੀ ਦੀ ਜੇ ਆਪਾਂ ਸਰੀਰ ਦੀ ਅਵਸਥਾ ਵੇਖਦੇ ਹਾਂ ਤਾਂ ਸਾਧ ਸੰਗਤ ਜੀ ਆਪ ਵਿਚਾਰ ਕਰੋ। ਤਕਰੀਬਨ 5 ਸਵਾ 5 ਸਾਲ ਦੀ ਜਦੋਂ ਆਰਬਲਾ ਸੀ
ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ। 5.25 5.5 ਸਾਲ ਕੋਈ ਜ਼ਿਆਦੀ ਉਮਰ ਨਹੀਂ ਹੁੰਦੀ ਹੈ। ਇਹ ਤਾਂ ਉਮਰ ਦਾ ਪਹਿਲਾ ਹੀ ਪੜਾਅ, ਸ਼ੁਰੂਆਤੀ ਪੜਾਅ ਹੀ ਹੁੰਦਾ। ਤੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਕਰੀਬਨ 8 ਸਾਲ ਦੀ ਆਰਬਲਾ ਦੇ ਵਿੱਚ ਜੋਤੀ ਜੋਤ ਵੀ ਸਮਾ ਗਏ ਸਨ। ਵੇਖਿਆ ਜਾਵੇ ਤੇ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਉਸ ਵੇਲੇ ਵੀ ਬਾਲ ਅਵਸਥਾ ਤੇ ਜਦੋਂ ਜੋਤੀ ਜੋਤ ਸਮਾ ਗਏ ਉਸ ਵੇਲੇ ਵੀ ਸਤਿਗੁਰੂ ਮਹਾਰਾਜ ਜੀ ਬਾਲ ਅਵਸਥਾ ਦੇ ਵਿੱਚੋਂ ਹੀ ਚਾਲੇ ਪਾਉਣੇ ਕੀਤੇ। ਵੇਖਿਆ ਜਾਵੇ ਤਨ ਕਰਕੇ ਉਮਰ ਜਿਹੜੀ ਹੈ ਬਾਲ ਬੈਸ ਹੈ, ਬਾਲਕ ਹਨ ਉਮਰ ਕਰਕੇ, ਲੇਕਿਨ ਗਿਆਨ ਕਰਕੇ ਕਵੀ ਰਾਜੀ ਦੱਸਦੇ ਹਨ ਕਿ ਗਿਆਨ ਦੇ ਵਿੱਚ ਬਹੁਤ ਬ੍ਰਿਧ ਦਾ ਮਤਲਬ ਬਹੁਤ ਬਜ਼ੁਰਗ ਹਨ। ਉਮਰ ਬੱਚਿਆਂ ਵਾਲੀ ਹੈ ਤੇ ਮਹਾਰਾਜ ਜੀ ਦਾ ਗਿਆਨ ਜਿਹੜਾ ਹੈ ਉਹ ਬੜਾ ਬਿਰਧ ਹੈ, ਬੁੱਢਿਆਂ ਵਾਲਾ ਹੈ, ਬਾਬਿਆਂ ਵਾਲਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਵੀ ਦੇ ਕੰਢੇ ਵਿਰਾਜਮਾਨ ਸਨ, ਇੱਕ ਬੱਚਾ ਜਿਹੜਾ ਹੈ ਉਹ ਗਾਵਾਂ ਮੱਝੀਆਂ ਨੂੰ ਤਾੜਦਾ ਹੋਇਆ ਆਇਆ। ਉਹਨੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੁਰਕੀ ਬਾਣੀ ਦਾ ਗਾਇਨ ਕਰ ਰਹੇ ਸਨ। ਉਹ ਬੱਚਾ ਇੰਨਾ ਜ਼ਿਆਦਾ ਭਾਵ ਵਿਭੂਰ ਹੋ ਗਿਆ, ਸਮਾਧੀ ਲਾ ਕਰਕੇ ਉਹਨੇ ਮਹਾਰਾਜ ਜੀ ਦਾ ਕੀਰਤਨ ਸਰਵਣ ਕਰਨਾ ਕੀਤਾ। ਕੀਰਤਨ ਜਦੋਂ ਸਰਵਣ ਕੀਤਾ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮਹਾਂਪੁਰਖ ਆਏ ਹਨ ਭਾਈ ਤੇ ਜਲਪਾਨ ਇਹਨਾਂ ਨੂੰ ਕਰਾਉਣਾ ਚਾਹੀਦਾ, ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸੋ ਉਸ ਬਾਲਕ ਨੇ ਸਤਿਗੁਰੂ ਮਹਾਰਾਜ ਜੀ ਦੇ ਲਈ ਜਲਪਾਨ ਦਾ ਪ੍ਰਬੰਧ ਕਰਨਾ ਕੀਤਾ ਤੇ ਗਾਵਾਂ ਮੱਝੀਆਂ ਦਾ ਦੁੱਧ ਕੱਢ ਕੇ ਮਹਾਰਾਜ ਜੀ ਨੂੰ ਰਸਨੀ ਲਾਇਕ ਕਰਨਾ ਕੀਤਾ, ਛਕਾਉਣਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਸਤਿਗੁਰੂ ਮਹਾਰਾਜ ਜੀ ਫਿਰ ਉੱਥੋਂ ਚੱਲ ਗਏ। ਬੱਚਾ ਵੀ ਚੱਲ ਗਿਆ। ਭਾਈ ਮਰਦਾਨੇ ਨੇ, ਭਾਈ ਬਾਲੇ ਨੇ ਇਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਇਹ ਬੱਚਾ ਆਇਆ, ਇਹਨੇ ਆਪ ਜੀ ਦੀ ਸੇਵਾ ਕੀਤੀ ਹੈ ਤੇ ਆਪ ਜੀ ਨੇ ਕੋਈ ਉਹਦਾ ਨਾਮ ਅਤਾ ਪਤਾ ਵੀ ਨਹੀਂ ਪੁੱਛਣਾ ਕੀਤਾ। ਕਿਉਂ ਨਹੀਂ ਪੁੱਛਿਆ? ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਆਪਾਂ ਕੱਲ ਵੀ ਇੱਥੇ ਹੀ ਰੁਕਣਾ, ਉਹ ਬੱਚਾ ਫਿਰ ਦੁਬਾਰਾ ਇੱਥੇ ਆਵੇਗਾ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਹੀ ਡੇਰਾ ਲਾਇਆ। ਦੂਜੇ ਦਿਨ ਵੀ ਉਹ ਬਾਲਕ ਜਿਹੜਾ ਨਾ ਸਵਸਤੇ ਹੀ ਉੱਠ ਕਰਕੇ ਆਇਆ, ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੀ ਜਦੋਂ ਸੇਵਾ ਕੀਤੀ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਬਾਲਕ ਤੇਰਾ ਨਾਂ ਕੀ ਹੈ? ਉਸ ਵੇਲੇ ਉਸ ਬਾਲਕ ਨੇ ਜਵਾਬ ਦਿੱਤਾ ਕਿ ਮੇਰਾ ਨਾਮ ਮਾਪਿਆਂ ਨੇ ਬੂੜਾ ਰੱਖਣਾ ਕੀਤਾ, ਬੂੜਾ ਅੜਾੜੇ ਦੇ ਨਾਲ ਬੂੜਾ। ਤੇ ਨਾਲ ਸਾਧ ਸੰਗਤ ਜੀ ਜਦੋਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਆਪਾਂ ਵਾਰਾਂ ਪੜ੍ਹਦੇ ਹਾਂ ਤੇ ਉਹਨਾਂ ਨੇ ਬਚਨ ਕੀਤਾ ਕਿ ਅਜਿੱਤਾ ਰੰਦਾਵਾ ਭਲਾ ਬੂੜਾ ਬੁੱਢਾ ਇੱਕ ਮਨ ਧਿਆਵੈ। ਪਹਿਲੇ ਜਿਹੜਾ ਆਰੰਭਕ ਨਾਮ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਬੂੜਾ ਹੈ ਤੇ ਨਾਲ ਉਹ ਵੀ ਨਾਮ ਦਰਜ ਕੀਤਾ ਤੇ ਬੁੱਢਾ ਜੋ ਮਹਾਰਾਜ ਜੀ ਨੇ ਤਖੱਲਸ ਲਾਇਆ ਤੇ ਉਹ ਵੀ ਨਾਮ ਦਰਜ ਕੀਤਾ। ਫਿਰ ਉੱਥੇ ਜਦੋਂ ਗੱਲਬਾਤ ਹੋਈ ਤੇ ਮਹਾਰਾਜ ਨੇ ਪੁੱਛਿਆ ਕਿ ਭਾਈ ਤੂੰ ਸਾਡੀ ਸੇਵਾ ਬੜੀ ਕਰਨੀ ਕੀਤੀ, ਬਹੁਤ ਧਿਆਨ ਦੇ ਨਾਲ ਤੂਨੇ ਕੀਰਤਨ ਸਰਵਣ ਕਰਨਾ ਕੀਤਾ। ਕਿਉਂਕਿ ਗੁਰਮੁਖੋ ਯਾਦ ਰੱਖੋ ਜਿਹੜੇ ਬੱਚੇ ਹੁੰਦੇ ਹਨ ਉਹਨਾਂ ਦੀ ਪ੍ਰਵਿਰਤੀ ਜਿਹੜੀ ਆ ਸ਼ਰਾਰਤੀ ਉਹਨਾਂ ਦੀ ਪ੍ਰਵਿਰਤੀ ਹੁੰਦੀ ਹੈ। ਬੱਚੇ ਟਿਕ ਕਰਕੇ ਨਹੀਂ ਬੈਠ ਸਕਦੇ ਹਨ। ਖਾਸ ਕਰਕੇ ਜਿੱਥੇ ਦੀਵਾਨ ਆਦਿਕ ਸਜਦੇ, ਸਤ ਸੰਗਤ ਹੁੰਦੀ, ਅਕਸਰ ਆਪਾਂ ਵੇਖਦੇ ਹਾਂ ਉੱਥੇ ਬੱਚਿਆਂ ਦਾ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ। ਬੱਚੇ ਬਹੁਤ ਜ਼ਿਆਦਾ ਰੌੜਾ ਗੌੜਾ ਪਾਉਂਦੇ ਹਨ ਕਿਉਂਕਿ ਉਹਨਾਂ ਦੀ ਪ੍ਰਵਿਰਤੀ ਨਹੀਂ ਹੁੰਦੀ। ਉਹਨਾਂ ਨੂੰ ਹਾਲੇ ਧਰਮ ਦੇ ਬਾਬਤ ਕਥਾ ਕੀਰਤਨ ਸਤ ਸੰਗਤ ਦੀ ਮਰਿਆਦਾ ਦਾ ਪਤਾ ਨਹੀਂ ਹੁੰਦਾ। ਉਹ ਆਪਣੀ ਮੌਜ ਦੇ ਵਿੱਚ ਰੌੜਾ ਗੌੜਾ ਪਾਈ ਜਾਂਦੇ ਹਨ ਤੇ ਉਹਨਾਂ ਦੀ ਬਿਰਤੀ ਵੀ ਨਹੀਂ ਹੁੰਦੀ ਕਿ ਭਾਈ ਅਕਸਰ ਆਪਾਂ ਵੇਖਦੇ ਹਾਂ ਬੱਚੇ ਜਿਹੜੇ ਹਨ ਜ਼ਿਆਦਾ ਤਵੱਜੋ ਦੇ ਨਾਲ ਕੀਰਤਨ ਕਥਾ ਆਦਿ ਨਹੀਂ ਸਰਵਣ ਕਰਦੇ। ਲੇਕਿਨ ਬਾਬਾ ਬੁੱਢਾ ਸਾਹਿਬ ਜੀ ਬਾਲ ਅਵਸਥਾ ਦੇ ਵਿੱਚ ਬਹੁਤ ਗੌਰ ਦੇ ਨਾਲ ਉਹਨਾਂ ਨੇ ਕੀਰਤਨ ਸਰਵਣ ਕਰਨਾ ਕੀਤਾ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਬੇਟਾ ਕੀ ਕਾਰਨ ਹੈ, ਤੈਨੂੰ ਇਹ ਰੱਬ ਦੀ ਲਾਗ ਕਿਸ ਤਰ੍ਹਾਂ ਲੱਗ ਗਈ? ਤੇ ਉਸ ਵੇਲੇ ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਮੈਂ ਇੱਕ ਦਿਨ ਮਰ ਜਾਣਾ। ਇੱਕ ਦਿਨ ਤਾਂ ਹਰ ਕਿਸੇ ਨੇ ਮਰ ਜਾਣਾ ਤੇ ਉਹ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਉਹ ਮੌਤ ਬਚਪਨੇ ਦੇ ਵਿੱਚ ਆ ਜਾਵੇ, ਜਵਾਨੀ ਦੇ ਵਿੱਚ ਆ ਜਾਵੇ, ਭਾਵੇਂ ਬੁਢਾਪੇ ਦੇ ਵਿੱਚ ਆ ਜਾਵੇ।
ਇਸ ਕਰਕੇ ਸਿਆਣੇ ਕਹਿੰਦੇ ਨਾ ਕਿ ਮਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਨਾ ਚਾਹੀਦਾ, ਉਹਦੀ ਇਬਾਦਤ ਬੰਦਗੀ ਕਰ ਲੈਣੀ ਚਾਹੀਦੀ ਹੈ। ਇਸ ਕਰਕੇ ਮੈਂ ਰੱਬ ਦੀ ਬੰਦਗੀ ਕਰਦਾ ਹਾਂ। ਮੈਂ ਜਿੱਥੇ ਵੀ ਕਥਾ ਕੀਰਤਨ ਚੱਲਦਾ ਮੈਨੂੰ ਬੜਾ ਰਸ ਆਉਂਦਾ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਬੇਟਾ ਤੈਨੂੰ ਮੌਤ ਦੇ ਬਾਬਤ ਪਤਾ ਕਿਸ ਤਰ੍ਹਾਂ ਚੱਲਿਆ? ਉਸ ਵੇਲੇ ਬਾਬਾ ਜੀ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਇੱਕ ਦਿਨ ਤੇ ਬਰਸਾਤ ਦੀ ਰੁੱਤ ਸੀ, ਲੱਕੜਾਂ ਜਿਹੜੀਆਂ ਗਿੱਲੀਆਂ ਹੋ ਗਈਆਂ ਸਨ ਤੇ ਮੇਰੀ ਸਤਿਕਾਰਯੋਗ ਮਾਤਾ ਨੇ ਜਦੋਂ ਚੁੱਲ੍ਹਾ ਬਾਲ ਰਹੀ ਸੀ ਤੇ ਉਹ ਚੁੱਲ੍ਹੇ ਨੂੰ ਅੱਗ ਲਾ ਰਹੀ ਸੀ, ਲੱਕੜੀ ਕੱਚੀ ਹੋਣ ਕਰਕੇ ਉਹਨੂੰ ਅੱਗ ਨਹੀਂ ਲੱਗ ਰਹੀ ਸੀ। ਫਿਰ ਉਹਨੇ ਕਿਹਾ ਕਿ ਬੇਟਾ ਇੱਕ ਕੰਮ ਕਰ, ਘਾਸ ਫੂਸ ਜਿਹੜਾ ਹੁੰਦਾ ਨਾ, ਕੱਖ ਕਾਣੇ ਜਿਹੜੇ ਨਿੱਕੇ ਨਿੱਕੇ ਹੁੰਦੇ ਹਨ, ਉਹਨੂੰ ਲੈ ਕਰਕੇ ਆ, ਉਹਨੂੰ ਛੇਤੀ ਅੱਗ ਮੱਚ ਜਾਂਦੀ ਹੈ। ਉਹਨੂੰ ਜੇ ਅੱਗ ਲੱਗ ਗਈ ਤੇ ਨਾਲ ਵੱਡੀਆਂ ਲੱਕੜਾਂ ਨੂੰ ਵੀ ਅੱਗ ਲੱਗ ਜਾਂਦੀਆਂ। ਉਸ ਵੇਲੇ ਕਹਿਣ ਲੱਗੇ ਕਿ ਮਹਾਰਾਜ ਮੇਰੇ ਮਨ ਦਾ ਭਰਮ ਦੂਰ ਹੋ ਗਿਆ। ਮੈਨੂੰ ਲੱਗਦਾ ਸੀ ਕਿ ਭਾਈ ਇੱਕ ਉਮਰ ਹੋਣ ਤੋਂ ਬਾਅਦ ਜਦੋਂ ਲੱਕੜ ਜਿਸ ਤਰ੍ਹਾਂ ਬਹੁਤ ਵੱਡੀ ਹੋ ਜਾਵੇ ਉਹਨੂੰ ਵੱਢ ਕੇ ਲੈ ਕੇ ਜਾਂਦੇ, ਉਹਨੂੰ ਸਾੜਿਆ ਜਾਂਦਾ ਜਾਂ ਉਹਦਾ ਕੋਈ ਔਜ਼ਾਰ ਆਦਿਕ ਬਣਾਇਆ ਜਾਂਦਾ। ਲੇਕਿਨ ਮੈਨੂੰ ਉਸ ਦਿਨ ਪਤਾ ਚੱਲਿਆ ਕਿ ਕਈ ਵਾਰੀ ਬੜੀਆਂ ਲੱਕੜਾਂ ਨੂੰ ਸਾੜਨ ਤੋਂ ਪਹਿਲਾਂ ਕੱਖ ਕਾਣੇ ਛੋਟੇ ਜਿਹੜੇ ਤਿਣਕੇ ਜਿਹੜੇ ਹਨ ਉਹ ਸੜ ਜਾਂਦੇ, ਉਹਨਾਂ ਨੂੰ ਛੇਤੀ ਅੱਗ ਮੱਚ ਜਾਂਦੀ ਹੈ। ਮੈਨੇ ਆਪਣੇ ਮਨ ਨੂੰ ਸਮਝਾਉਣਾ ਕੀਤਾ ਕਿ ਮਨਾ ਇਸ ਤਰ੍ਹਾਂ ਹੀ ਮੌਤ ਦਾ ਵੀ ਕੋਈ ਪਤਾ ਨਹੀਂ ਹੈ ਕਿ ਬੁਢਾਪੇ ਦੇ ਵਿੱਚ ਆਵੇ, ਭਾਵੇਂ ਜਵਾਨੀ ਦੇ ਵਿੱਚ ਆਵੇ, ਭਾਵੇਂ ਬਚਪਨੇ ਦੇ ਵਿੱਚ ਆ ਜਾਵੇ, ਕਿਉਂਕਿ ਇਹ ਵੱਡੀਆਂ ਲੱਕੜੀਆਂ ਤਾਂ ਉਸ ਤਰ੍ਹਾਂ ਹੀ ਪਈਆਂ ਹੋਈਆਂ, ਛੋਟੇ ਕੱਖ ਕਾਣੇ ਜਿਹੜੇ ਹਨ ਉਹ ਪਹਿਲੇ ਸੜ ਗਏ। ਇਸ ਕਰਕੇ ਮੈਨੂੰ ਇਹ ਪ੍ਰਤੀਤ ਹੋਇਆ ਕਿ ਅੱਜ ਨਹੀਂ ਤਾਂ ਕੱਲ ਮੈਂ ਵੀ ਮਰ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਜਦੋਂ ਮੈਨੂੰ ਮੌਤ ਚੇਤੇ ਆਈ ਤਾਂ ਫਿਰ ਮੈਨੇ ਰੱਬ ਨੂੰ ਵੀ ਚੇਤੇ ਕਰਨਾ ਕੀਤਾ। ਇਹ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਤਖੱਲਸ ਦਿੱਤਾ। ਮਹਾਰਾਜ ਨੇ ਕਿਹਾ ਕਿ ਭਾਈ ਹੈ ਤਾਂ ਤੂੰ ਬੱਚਾ, ਉਮਰ ਤਾਂ ਤੇਰੀ ਬਾਲਕਾਂ ਵਾਲੀ ਹੈ, ਲੇਕਿਨ ਸਿਆਣਪ ਤੇਰੀ ਹੈ ਉਹ ਬੁੱਢਿਆਂ ਵਾਲੀ ਹੈ। ਤੇਰੇ ਬਚਨ ਜਿਹੜੇ ਹਨ ਬੁੱਢਿਆਂ ਵਾਲੇ, ਬੁੱਢਿਆਂ ਦਾ ਮਤਲਬ ਸਾਧ ਸੰਗਤ ਜੀ ਉਮਰ ਕਰਕੇ ਬਜ਼ੁਰਗ, ਉਮਰ ਕਰਕੇ ਬੁੱਢੇ ਨਹੀਂ। ਇਹ ਉਮਰ ਦੀ ਗੱਲ ਨਹੀਂ ਚੱਲ ਰਹੀ ਹੈ, ਇਹ ਅਵਸਥਾ ਦੀ ਗੱਲ ਚੱਲ ਰਹੀ ਹੈ। ਮਹਾਰਾਜ ਨੇ ਕਿਹਾ ਸਰੀਰ ਤਾਂ ਛੋਟਾ ਹੈ, ਆਰ ਬਲਾ ਘੱਟ ਹੈ, ਗਿਆਨ ਕਰਕੇ ਤੁਸੀਂ ਬਹੁਤ ਬਿਰਧ ਹੋ, ਬੜੇ ਬਜ਼ੁਰਗ ਬਾਬੇ ਹੋ ਕਰਕੇ। ਤੇ ਸਤਿਗੁਰੂ ਮਹਾਰਾਜ ਜੀ ਨੇ ਤਖੱਲਸ ਲਾ ਦਿੱਤਾ ਕਿ ਅੱਜ ਤੋਂ ਬਾਅਦ ਬੇਟਾ ਤੇਰਾ ਨਾਮ ਬੁੱਢਾ ਹੋਵੇਗਾ, ਬਿਰਧ ਹੋਵੇਗਾ। ਤੇ ਬਾਬਾ ਜੀ ਦਾ ਨਾਮ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਜਾਂ ਬਾਬਾ ਬਿਰਧ ਕਰਕੇ ਵੀ ਆਇਆ। ਇਹ ਉਮਰ ਦੀ ਗੱਲ ਸਾਧ ਸੰਗਤ ਜੀ ਨਹੀਂ ਹੈ। ਵੇਖਿਆ ਜਾਵੇ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਰੀਰਿਕ ਆਰਬਲਾ ਵੀ 113 ਸਾਲ ਤੱਕ ਜੀਵਤ ਸਨ। ਸਰੀਰ ਕਰਕੇ ਵੀ ਲੰਬੇਰੀ ਆਰਬਲਾ, ਗਿਆਨ ਕਰਕੇ ਵੀ ਬਾਬਾ ਜੀ ਜਿਸ ਤਰ੍ਹਾਂ ਉਮਰ ਕਰਕੇ ਬਿਰਧ ਹਨ, ਗਿਆਨ ਕਰਕੇ ਉਸ ਤੋਂ ਜ਼ਿਆਦਾ ਬਿਰਧ ਹਨ। ਇਸ ਤਰ੍ਹਾਂ ਹੀ ਕਬੀਰਾਜ ਜੀ ਇੱਥੇ ਬਚਨ ਕਰਦੇ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਆਰਬਲਾ ਬਾਲਕਾਂ ਵਾਲੀ ਹੈ, ਗਿਆਨ ਮਹਾਰਾਜ ਜੀ ਦੇ ਅੰਦਰ ਵਿਸ਼ਾਲ ਬਿਰਧ ਵਾਲੇ ਬਾਬਿਆਂ ਦਾ ਗਿਆਨ ਜਿਹੜਾ, ਸਿਆਣਿਆਂ ਦਾ ਬ੍ਰਹਮ ਗਿਆਨ ਜਿਹੜਾ ਉਹ ਛੁਪਿਆ ਹੋਇਆ ਹੈ। ਇਹ ਤਾਂ ਛੋਟੀ ਉਮਰ ਵੇਖ ਕਰਕੇ ਜਦੋਂ ਸਤਿਗੁਰੂ ਮਹਾਰਾਜ ਪੰਜੋਖਰਾ ਸਾਹਿਬ ਆਏ ਸਨ, ਉੱਥੋਂ ਦੇ ਪੰਡਿਤ ਜੀ ਜਿਹੜੇ ਹਨ ਲਾਲ ਚੰਦ ਜਿਹਨੂੰ ਜਾਤੀ ਅਭਿਮਾਨ ਸੀ, ਤੇ ਉਹ ਬਾਹਰੀ ਉਮਰ ਵੇਖ ਕਰਕੇ ਉਹ ਭਟਕ ਗਿਆ। ਉਹਦੇ ਮਨ ਵਿੱਚ ਸ਼ੰਕਾ ਆਇਆ, ਪੁੱਛਿਆ ਕਿ ਨਾਂ ਕੀ ਹੈ? ਤੇ ਸਿੱਖਾਂ ਨੇ ਕਿਹਾ ਇਹਨਾਂ ਦਾ ਨਾਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇਹ ਸੁਣ ਕਰਕੇ ਲਾਲ ਚੰਦ ਹੱਸ ਪਿਆ ਤੇ ਕਿਹਾ ਕਿ ਭਾਈ ਦੁਆਪਰ ਯੁੱਗ ਦੇ ਅਵਤਾਰੀ ਕ੍ਰਿਸ਼ਨ ਭਗਵਾਨ ਹੋਏ ਹਨ। ਹਿੰਦੂ ਮਤ ਦੇ ਵਿੱਚ ਸਰਵੋੱਚ ਅਵਤਾਰ ਇਹਨਾਂ ਨੂੰ ਮੰਨਿਆ ਜਾਂਦਾ। ਇਹਨਾਂ ਨੇ 2-3 ਵਿਸ਼ੇਸ਼ਣ ਔਰ ਅੱਗੇ ਲਾ ਦਿੱਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਕਰਕੇ। ਤੇ ਮੈਂ ਨਹੀਂ ਮੰਨ ਸਕਦਾ ਕਿ ਇਹ ਤੁਹਾਡੇ ਗੁਰੂ ਹੋਣਗੇ। ਜੇ ਇਹ ਸੱਚੇ ਤੁਹਾਡੇ ਗੁਰੂ ਹਨ ਤੇ ਗੀਤਾ ਦਾ ਉਚਾਰਨ ਕਰਨਾ ਇੱਕ ਪਾਸੇ ਰਹਿ ਗਿਆ। ਮੈਂ ਤੁਹਾਨੂੰ ਇੱਕ ਪ੍ਰੀਖਿਆ ਪਾਉਂਦਾ, ਪਰਚਾ ਪਾਉਂਦਾ ਕਿ ਗੀਤਾ ਦਾ ਮੈਂ ਸ਼ਲੋਕ ਪੜਾਂਗਾ, ਉਸ ਸ਼ਲੋਕ ਦੇ ਅਰਥ ਕਰਕੇ ਮੈਨੂੰ ਸਰਵਣ ਕਰਾ ਦੇਣ, ਮੈਂ ਫਿਰ ਯਕੀਨ ਕਰਾਂਗਾ ਕਿ ਹਾਂਜੀ ਇਹ ਪੂਰੇ ਗੁਰੂ ਹਨ। ਮਹਾਰਾਜ ਨੂੰ ਜਦੋਂ ਬੇਨਤੀ ਕੀਤੀ ਗਈ, ਅਗੋਂ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਪੰਡਿਤ ਜੀ ਜੇ ਅਸੀਂ ਅਰਥ ਕੀਤਾ ਨਾ, ਤੁਹਾਡੇ ਮਨ ਵਿੱਚ ਸ਼ੱਕ ਰਹਿ ਜਾਵੇਗਾ। ਤੁਹਾਨੂੰ ਲੱਗੇਗਾ ਕਿ ਜੀ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਵਿਦਿਆ ਅਰਜਨ ਕੀਤੀ ਗਈ ਹੈ। ਕਈ ਵਾਰੀ ਛੋਟੇ ਬੱਚੇ ਗਿਆਨ ਕਰਕੇ
ਉਹ ਬੜੇ ਵਿਸ਼ਾਲ ਹੁੰਦੇ ਹਨ। ਕਈ ਵਾਰੀ ਆਪਾਂ ਆਮ ਵੀ ਸੰਸਾਰ ਦੇ ਵਿੱਚ ਵੇਖਦੇ ਹਾਂ ਕਿ ਬੱਚੇ ਜਿਹੜੇ ਉਮਰ ਕਰਕੇ ਬੜੇ ਛੋਟੇ ਹੁੰਦੇ ਲੇਕਿਨ ਬਹੁਤ ਵੱਡੇ ਵਿਦਵਾਨ, ਬਹੁਤ ਗਿਆਨਵਾਨ, ਸੂਝਵਾਨ ਹੁੰਦੇ। ਤੁਹਾਡੇ ਮਨ ਵਿੱਚ ਇਹ ਭੁਲੇਖਾ ਰਹਿ ਜਾਵੇਗਾ। ਇੱਕ ਕੰਮ ਕਰਨਾ ਕਰੋ, ਤੁਸੀਂ ਕੋਈ ਬੰਦਾ ਲੈ ਕਰਕੇ ਆਓ, ਅਸੀਂ ਉਹ ਤੋਂ ਗੀਤਾ ਦੇ ਅਰਥ ਤੁਹਾਨੂੰ ਕਰਕੇ ਸਰਵਣ ਕਰਾਵਾਂਗੇ। ਮਹਾਰਾਜ ਜੀ ਨੇ ਬਚਨ ਕੀਤਾ। ਲਾਲ ਚੰਦ ਬੜਾ ਪ੍ਰਸੰਨ ਹੋਇਆ ਕਿਉਂਕਿ ਉਹ ਮਹਾਰਾਜ ਜੀ ਦੀ ਨਿਰਾਦਰੀ ਕਰਨਾ ਚਾਹੁੰਦਾ ਸੀ। ਉਹ ਆਪਣੀ ਗੱਲ ਨੂੰ ਸਿੱਧ ਕਰਨਾ ਚਾਹੁੰਦਾ ਕਿ ਭਾਈ ਇਹ ਗੁਰੂ ਨਹੀਂ ਹਨ, ਇਹ ਤਾਂ ਬਾਲਕ ਹਨ। ਤੇ ਜਾ ਕਰਕੇ ਛੱਜੂ ਝੂੜ ਜਿਹੜਾ ਹੈ, ਜਿਹੜਾ ਸਾਧ ਸੰਗਤ ਜੀ ਗੂੰਗਾ ਤੇ ਬੋੜਾ ਸੀ, ਬੋਲਣਾ ਵੀ ਨਹੀਂ ਆਉਂਦਾ, ਸੁਣਨਾ ਵੀ ਨਹੀਂ ਆਉਂਦਾ ਹੈ, ਤੇ ਮੂੰਹ ਦੇ ਵਿੱਚੋਂ ਰਾਲ ਟਪਕਦੀ ਰਹਿੰਦੀ ਸੀ। ਜਿਸ ਤਰ੍ਹਾਂ ਮਸਤਾਨੇ ਬੱਚੇ ਜੋ ਹੁੰਦੇ, ਦਿਮਾਗੀ ਹਾਲਾਤ ਜਿਨ੍ਹਾਂ ਦੀ ਠੀਕ ਨਹੀਂ ਹੁੰਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਤਨ ਦੀ ਅਵਸਥਾ ਹੁੰਦੀ ਹੈ। ਪਾਟੇ ਪੂਟੇ ਜੇ ਕੱਪੜੇ, ਮੈਲੇ ਕੁਚੈਲੇ ਕੱਪੜੇ ਪਾਏ ਹੋਏ, ਉਹਨੂੰ ਲੈ ਕਰਕੇ ਆਇਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਆਪ ਕਿਹਾ ਸੀ ਨਾ ਕਿ ਜੋ ਵੀ ਬੰਦੇ ਨੂੰ ਲੈ ਕੇ ਆਓਗੇ ਉਹਦੇ ਰਾਹੀਂ ਅਸੀਂ ਗੀਤਾ ਦੇ ਅਰਥ ਤੁਹਾਨੂੰ ਸਰਵਣ ਕਰਾਵਾਂਗੇ। ਇਹ ਤੋਂ ਗੀਤਾ ਦੇ ਅਰਥ ਕਰਾਓ। ਸਤਿਗੁਰੂ ਮਹਾਰਾਜ ਜੀ ਨੇ ਉਹਦੇ ਸਿਰ ਦੇ ਉੱਤੇ ਸਮਰੱਥ ਗੁਰੂ ਸਿਰ ਹੱਥ ਧਰਿਆਓ। ਗੁਰ ਕੀਨੀ ਕਿਰਪਾ ਹਰ ਨਾਮ ਦਿਆਓ, ਜਿਸ ਦੇਖ ਚਰਨ ਅਘਨ ਹਰਿਆਓ। ਸਮਰੱਥ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਸਿਰ ਦੇ ਉੱਤੇ ਮੁਬਾਰਕ ਛੜੀ ਜਿਹੜੀ ਹੈ ਉਹਨੂੰ ਸੁਹਾਵਣਾ ਕੀਤਾ ਤੇ ਉਸ ਛੱਜੂ ਝੂੜ ਨੂੰ ਆਗਮ ਨਿਗਮ ਦੀ ਸੋਝੀ ਆ ਗਈ। ਇੱਥੇ ਫਿਰ ਪੰਡਿਤ ਲਾਲ ਚੰਦ ਉਹ ਸਾਧ ਸੰਗਤ ਜੀ ਸ਼ਲੋਕ ਜਦੋਂ ਪੜ੍ਹਦਾ, ਹਾਲੇ ਸ਼ਲੋਕ ਪੂਰਾ ਨਹੀਂ ਹੁੰਦਾ ਤੇ ਉਹ ਛੱਜੂ ਝੂੜ ਜਿਹੜਾ ਬਚਪਨ ਤੋਂ ਹੀ ਗੂੰਗਾ ਤੇ ਬੋੜਾ ਹੈ, ਉਹਨੇ ਗੀਤਾ ਦੇ ਅਰਥ ਕਰਕੇ ਸਰਵਣ ਕਰਾਏ। ਇਹ ਵੇਖ ਕਰਕੇ ਲਾਲ ਚੰਦ ਦੰਗ ਹੋ ਗਿਆ। ਫਿਰ ਸਤਿਗੁਰੂ ਮਹਾਰਾਜ ਜੀ ਦੀ ਅਜ਼ਮਤ ਨੂੰ ਮੰਨਦਿਆਂ ਹੋਇਆ ਉਹਨੇ ਮਹਾਰਾਜ ਜੀ ਦੇ ਚਰਨਾਮ੍ਰਿਤ ਦੀ ਪ੍ਰਾਪਤੀ ਕਰਕੇ ਲਾਲ ਚੰਦ ਸਿੱਖ ਬਣ ਗਿਆ ਸੀ। ਇਸ ਤਰ੍ਹਾਂ ਹੀ ਕਬੀਰਾਜ ਜੀ ਦੱਸਦੇ, ਦੇਖੋ ਉਮਰ ਕਰਕੇ ਪਾਤਸ਼ਾਹ ਜੀ ਬੜੇ ਛੋਟੇ ਹਨ, ਗਿਆਨ ਕਰਕੇ ਮਹਾਰਾਜ ਜੀ ਵਿਸ਼ਾਲ ਗਿਆਨ ਦਾ ਭੰਡਾਰ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਪਦ ਅਰਵਿੰਦਨ ਬੰਦਨਾ ਮੁਕਤ ਪਾਏ ਜਿਨ ਸੇ। ਇਹੋ ਜਿਹੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਮੈਂ ਬਾਰੰਬਾਰ ਮੱਥਾ ਟੇਕਦਾ ਹਾਂ ਤੇ ਮੁਕਤ ਪਾਏ ਜਿਨ ਸੇਵ, ਜਿਨ੍ਹਾਂ ਦੇ ਚਰਨਾਂ ਦੀ ਸੇਵਾ ਕਰਨ ਕਰਕੇ ਮੁਕਤੀ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਹਿੰਦੂ ਧਰਮ ਤਰ ਮੂਲ ਕੋ ਰਾਖਿਓ ਧਰਨ ਮਝਾਰ। ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ 9ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਮੰਗਲਾਚਰਨ ਕਰ ਰਹੇ ਹਨ। ਮਹਾਰਾਜ ਨੇ ਕਿਹਾ ਹਿੰਦੂ ਧਰਮ ਤਰ ਮੂਲ ਕੋ, ਹਿੰਦੂ ਧਰਮ ਰੂਪੀ ਤਰ, ਤਰੁ ਦਾ ਮਤਲਬ ਸਾਧ ਸੰਗਤ ਜੀ ਦਰਖਤ ਹੁੰਦਾ, ਮੂਲ ਦਾ ਮਤਲਬ ਹੁੰਦਾ ਉਹਦੀਆਂ ਜੜਾਵਾਂ ਜਿਹੜੀਆਂ ਹਨ। ਸਤਿਗੁਰੂ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਜੜ ਨੂੰ ਰੱਖ ਲੈਣਾ ਕੀਤਾ। ਜੜ ਨੂੰ ਯਾਦ ਰੱਖੋ ਗੁਰਮੁਖੋ, ਦਰਖਤ ਜਿਹੜਾ ਹੁੰਦਾ ਨਾ, ਆਪ ਜੀ ਵੇਖ ਸਕਦੇ ਹੋ ਕਿ ਦਰਖਤ ਕਈ ਵਾਰੀ ਆਪਾਂ ਪੱਟ ਦਿੰਦੇ ਆ, ਕਈ ਵਾਰੀ ਆਪਾਂ ਨੂੰ ਲੱਗਦਾ ਕਿ ਭਈ ਇੱਥੇ ਦਰਖਤ ਨਹੀਂ ਹੋਣਾ ਚਾਹੀਦਾ, ਆਪਾਂ ਦਰਖਤ ਨੂੰ ਪੱਟ ਦਿੰਦੇ ਆ। ਜੇ ਆਪ ਜੀ ਪੱਟ ਦਿਓ ਉਹਦੀ ਜੜ ਰਹਿ ਗਈ, ਸੱਚ ਜਾਣੋ ਫਿਰ ਉਹੀ ਜੜ ਤੁਰੰਤ ਥੋੜੇ ਕੁ ਦਿਨਾਂ ਦੇ ਵਿੱਚ ਉਹ ਝਾੜ ਬਣ ਜਾਂਦੀ ਤੇ ਫਿਰ ਉਹਦਾ ਬੜਾ ਵਿਸਥਾਰ ਹੋ ਜਾਂਦਾ। ਸਿਆਣੇ ਕਹਿੰਦੇ ਕਿ ਭਾਈ ਕੋਈ ਦਰਖਤ ਨੂੰ ਖਤਮ ਕਰਨਾ, ਉਹਦੀਆਂ ਟਹਿਣੀਆਂ ਜਿਹੜੀਆਂ, ਉਹਦੇ ਪੱਤੇ ਫੁੱਲ ਨੂੰ ਨਾ ਤੋੜੋ, ਉਹਦਾ ਠੂਠ ਜਿਹੜਾ ਉਹਨੂੰ ਲਾ ਕਰਕੇ ਉਹਦੀ ਜੜ ਪੁੱਟ ਦਿਓ। ਇੱਕ ਵਾਰੀ ਕਿ ਇਹਦੀ ਜੜ ਪੁੱਟੀ ਗਈ ਤੇ ਜੋ ਮਰਜ਼ੀ ਜੜ ਤੁਸੀਂ ਯਤਨ ਕਰਨਾ ਕਰੋ, ਜੜ ਦੇ ਨਾਲੋਂ ਪੁੱਟਿਆ ਹੋਇਆ ਦਰਖਤ ਦੁਬਾਰਾ ਕਦੇ ਲੱਗ ਨਹੀਂ ਸਕਦਾ। ਫਿਰ ਜੋ ਯਤਨ ਕਰਨਾ ਕਰੋ, ਜੜ ਜੇ ਪੱਟੀ ਗਈ, ਖਤਮ ਹੋ ਗਈ, ਉਹ ਦਰਖਤ ਜਿਹੜਾ ਉਹਦੀ ਹਸਤੀ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਔਰੰਗਾ ਪਾਪੀ ਜਿਹੜਾ ਦੁਸ਼ਟ ਆ, ਉਹ ਹਿੰਦੂਆਂ ਦੀ ਜੜ ਜਿਹੜੀ ਹੈ ਕੱਟਣਾ ਚਾਹੁੰਦਾ ਸੀ, ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦਾ ਸੀ ਤੇ ਕਹਿੰਦਾ ਸੀ ਕਿ ਸਰਜ਼ਮੀਂ ਦੇ ਉੱਤੇ ਸਿਰਫ ਇੱਕੋ ਇੱਕ ਧਰਮ ਇਸਲਾਮ ਧਰਮ ਰਹਿਣਾ ਚਾਹੀਦਾ। ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਕੋਲ ਜਦੋਂ ਕਸ਼ਮੀਰੀ ਬ੍ਰਾਹਮਣ, ਇਹ ਸਾਧ ਸੰਗਤ ਜੀ ਛੋਟੇ ਮੋਟੇ ਨਹੀਂ ਸੀ ਤੇ ਹਿੰਦੂ ਧਰਮ ਦੇ ਸਭ ਤੋਂ ਵੱਡੇ ਆਚਾਰੀਆ, ਸਭ ਤੋਂ ਵੱਡੇ ਜਿਹੜੇ ਹਨ ਧੁਰੰਦਰ ਧਾਰਮਿਕ ਧਾਰਮੀ ਮਹਾਂਪੁਰਸ਼ ਸਨ ਤੇ ਇਹਨਾਂ ਦਾ ਮੁਖੀਆ ਜਿਹੜਾ ਸੀ ਕਿਰਪਾਲ ਦਾਸ ਜੀ ਸਨ। ਤੇ ਸਾਧ ਸੰਗਤ ਜੀ ਇਹ ਜਦੋਂ ਆਏ,
सतगुरु महाराज जी के चरणों के विच इन्होंने बेनती करनी की। महाराज ने कहा बाह असाडी पकड़ी है। महाराज जी के चरणों में बेनती की कि बाह असाडी पकड़ी है हर गोबिंद के नंद, के हे धन गुरु हरगोबिंद साहिब जी महाराज जी के नंदन साहिब श्री गुरु तेग बहादुर जी महाराज साडी बाह आप जी पकड़ना करो। महाराज जी ने अगो वचन किया चित चरण कमल का आसरा, चित चरण कमल स्यों जोड़िया मन लोचा बुरियाइया गुर शब्दी एहो मन होड़िया बाह जिना दी पकड़िया सिर दीजा बाह ना छूड़िया। गुर तेग बहादुर बोलिया धर पईया धर्म ना छोड़िया। महाराज ने कहा कि एक बारी भाई यदि असी बाह पकड़ लेंदे हां भावें सानू अपना सिर देना पै जावे असी अपना बलिदान दे देवांगे, उन्हां दी बाह नूं कदे भी त्यागना नहीं है। इन्हां ने कहा महाराज हिंदू धर्म खतरे दे विच आ गया। महाराज ने कहा जाओ जा करके औरंगजेब नूं बोलो कि तेग बहादुर जी साडे गुरु हन। जे गुरु तेग बहादुर जी महाराज ने इस्लाम धर्म स्वीकार कर लिया अपना धर्म छड़ दिता ते उस वेले ते असी खुद ब खुद तेरा धर्म स्वीकार कर लवांगे, लेकिन जे पातशाह जी ने तेरा धर्म स्वीकार नहीं किया तू साडे नाल जबरदस्ती नहीं कर सकता। यह जदों इकरार करना किया गुरमुखो उस वेले औरंगे ने सतगुरु महाराज जी नूं गिरफ्तार करना किया। गिरफ्तार करके तरह तरह के तसीहे दिते गए, भूतां दी हवेली जिहड़ी है उहदे विच रखना कीता ते इत्थे काल कोठड़ी जिहड़ी है जिहदे विच कमर तक पानी भरिया होया महाराज जी नूं काल कोठड़ी दे विच भी रखिया गया कि इहो जी काल कोठड़ी जिथे पता ही नहीं लगता कि दिन चढ़िया कि रात हनेरी है करके अंधकार ही अंधकार कीड़े मकौड़े हन उहदे विच ते नाल कमर तक पानी है, बैठ नहीं सकते खड़ नहीं सकते सौ नहीं सकते। महाराज जी नूं फिर सौड़े जे जिहड़े पिंजरे दे विच पा करके नुकीले उहदे विच सूए ला दिते सन, बड़ियां तकलीफां दित्तियां, बहुत कष्ट दे करके सतगुरु महाराज नूं कहा महाराज क्यों तुसी इन्हां दा धर्म रखदे हो, सानू पता कि तुसी तिलक भी नहीं लाउंदे जनेऊ भी नहीं पाउंदे हो ते बुत परस्ती नहीं करते हो। ये हिंदू वीर जिहड़े हन ये हिंदू लोग तिलक लाउंदे जनेऊ पाउंदे बुत परस्ती करदे, चलो ये तुहाडे अपने होण भाव के ये इन्हां दी मर्यादा जे तुसी मनदे तां तुसी आपां कह सकदे हां कि भाई अपनी मर्यादा दे खातर तुसां ने बलिदान दिता है, ये तां तुहाडी मर्यादा नहीं है, फिर तुसी क्यों इन्हां दे लई कुर्बानियां दे रहे हो। सतगुरु महाराज ने कहा कि भाई कि जबरदस्ती किसी का धर्म परिवर्तन करना यह बहुत बड़ा पाप है। असी धर्म की राखी कर रहे हाँ ते यह तां बंदे की सुचंदता है कि वह अपने धर्म दे विच रवे। हर कोई मनुख जिहड़ा जिहड़े धर्म दे विच परिवार दे विच ओहदा जन्म होया ओहदा धर्म जिहड़ा है उहनूं प्राप्त हुंदा है ते वह अपने धर्म दे विच पक्का रह सकदा, उहनूं आपां फिर जबरदस्ती परिवर्तन नहीं कर सकते हैं। तू जबरदस्ती धर्म परिवर्तन कर रहा ठीक नहीं कर रहा। ते जदों महाराज जी ने नहीं मनना किया इन्हां ने चांदनी चौंक दे विच सतगुरु महाराज जी का सीस कलम कर दिता। दिन महाराज जी दे प्यारे भाई मती दास भाई सती दास भाई दयाला जी नूं सतगुरु महाराज जी दे अखां दे अगे को करके शहीद करना किया। धन हन ओ गुरु के प्यारे जिन्हां ने सतगुरु महाराज जी की सिक्खी सिदक नूं ओढ़क तक निभाउणा कीता। सेवक की ओढ़क निभी प्रीत जीवत साहिब सेवियो अपना चलते राखियो चीत। जदों तक जीवत सी सतगुरु महाराज जी नूं ही सेवा करनी कीती, धर्म नूं दृढ़ करके रखिया, फिर बाद विच महाराज जी नूं शहीद कर दिता। ताही तां गुरु गोबिंद सिंह साहिब जी महाराज जी ने कहा ना तिलक जंजियों राखा प्रभ ताका, ताका का मतलब उन्हां दा, साडा नहीं किया महाराज जी ने क्योंकि सिखां दी मर्यादा नहीं है। गुरु नानक देव जी महाराज जी नूं जदों जनेऊ पाया जा रहा सी महाराज ने इनकार कर दिता ते सच्चे जनेऊ दी बाबत महाराज ने कहा सी दया कृपा